प्यारे बच्चों, सत श्री अकाल। मैं जसविंदर सिंह, साइंस मास्टर, सरकारी मिडल ਸਕੂਲ ਚੱਕ ਪੱਖੀ। ਤੇ ਆਪਣੇ ਉਸੇ ਸਿੱਖਣ ਸਿਖਾਉਣ ਦੇ ਅਮਲ ਨੂੰ ਅੱਗੇ ਤੋਰਦਿਆਂ ਹੋਇਆਂ ਅੱਜ ਆਪਾਂ 7ਵੀਂ ਜਮਾਤ ਦਾ ਸਾਇੰਸ ਦਾ ਪਾਠ ਭੌਤਿਕ ਅਤੇ ਰਸਾਇਣਕ ਪਰਿਵਰਤਨ ਲੈ ਕੇ ਤੁਹਾਡੇ ਸਾਹਮਣੇ ਆਏ ਆ। ਤਾਂ ਮੈਂ ਦੱਸਦਾ ਜਾਵਾਂ ਕਿ ਇਸੇ ਹੀ ਨਾਮ ਨਾਲ ਮਿਲਦਾ ਜੁਲਦਾ ਕਿ ਸਾਡੇ ਆਲੇ ਦੁਆਲੇ ਦੇ ਪਰਿਵਰਤਨ 6ਵੀਂ ਜਮਾਤ ਵਿੱਚ ਵੀ ਸਾਇੰਸ ਦਾ ਇੱਕ ਪਾਠ ਹੈ ਔਰ ਦੋਨਾਂ ਪਾਠ ਦੀ ਜਿਹੜੀ ਵਿਸ਼ਾ ਵਸਤੂ ਆ ਉਹ ਲਗਭਗ ਮਿਲਦੀ ਜੁਲਦੀ ਹੈ। ਇਸ ਕਰਕੇ ਮੈਂ 6ਵੀਂ ਜਮਾਤ ਦੇ ਬੱਚਿਆਂ ਨੂੰ ਵੀ ਸਲਾਹ ਦੇਣੀ ਚਾਹਾਂਗਾ ਕਿ ਉਹ ਇਸ ਪਾਠ ਨੂੰ ਧਿਆਨ ਨਾਲ ਸੁਣਨ ਵੇਖਣ, ਕਿਉਂਕਿ ਇਸ ਪਾਠ ਵਿੱਚ ਦਿੱਤੀ ਗਈ ਜਾਣਕਾਰੀ ਦਾ ਕਾਫੀ ਹਿੱਸਾ 6ਵੀਂ ਕਲਾਸ ਦੇ ਇਸ ਪਾਠ ਵਿੱਚ ਦਿੱਤੀ ਗਈ ਜਾਣਕਾਰੀ ਦੇ ਨਾਲ ਮਿਲਦਾ ਜੁਲਦਾ ਹੈ। ਤਾਂ ਜਿਵੇਂ ਕਿ ਮੈਂ ਪਾਠ ਦਾ ਨਾਂ ਦੱਸਿਆ ਹੈ ਕਿ ਭੌਤਿਕ ਅਤੇ ਰਸਾਇਣਕ ਪਰਿਵਰਤਨ, ਤਾਂ ਸਾਡੇ ਆਲੇ ਦੁਆਲੇ ਬਹੁਤ ਸਾਰੇ ਪਰਿਵਰਤਨ ਸਮੇਂ-ਸਮੇਂ 'ਤੇ ਵਾਪਰਦੇ। ਪਰਿਵਰਤਨ ਮਤਲਬ ਬਦਲਾਅ, ਤਬਦੀਲੀ, ਚੇਂਜ ਜਿਹਨੂੰ ਆਪਾਂ ਕਹਿੰਦੇ ਆ। ਤਾਂ ਸਾਡੇ ਆਲੇ ਦੁਆਲੇ ਆਪਾਂ ਵੇਖਿਆ ਹੈ ਕਿ ਰੁੱਖਾਂ ਦੇ ਨਵੇਂ ਪੱਤੇ ਆਉਂਦੇ ਹੈ, ਕੁਝ ਸਮੇਂ ਬਾਅਦ ਉਹ ਝੜ ਜਾਂਦੇ ਹੈ, ਫਿਰ ਪੱਤੇ ਆਉਂਦੇ, ਇਹ ਪਰਿਵਰਤਨ ਹੋ ਗਿਆ। ਬੇਸਿਕ ਦੀ ਗੱਲ ਕਰੀਏ ਕਿ ਆਪਾਂ ਦਰਵਾਜ਼ਾ ਖੋਲ੍ਹਦੇ ਹਾਂ, ਉਸ ਤੋਂ ਬਾਅਦ ਬੰਦ ਕਰ ਦਿੰਦੇ ਹਾਂ, ਇੱਕ ਪਰਿਵਰਤਨ ਹੋ ਗਿਆ। ਇੱਕ ਕਾਗਜ਼ ਦਾ ਟੁਕੜਾ ਆਪਾਂ ਲੈਂਦੇ ਹਾਂ, ਉਸ ਨੂੰ ਆਪਾਂ ਮਾਚਿਸ ਦੀ ਤੀਲੀ ਬਾਲ ਕੇ ਜਲਾ ਦਿੰਦੇ ਹਾਂ, ਉਹੀ ਕਾਗਜ਼ ਦਾ ਟੁਕੜਾ ਸਾਡੇ ਵੇਖਦਿਆਂ ਵੇਖਦਿਆਂ ਬਲ ਕੇ ਸੁਆਹ ਬਣ ਜਾਂਦਾ ਹੈ, ਇੱਕ ਪਰਿਵਰਤਨ ਹੋ ਗਿਆ। ਰਾਤ ਨੂੰ ਤੁਸੀਂ ਵੇਖਿਆ ਹੋਵੇਗਾ ਕਿ ਤੁਹਾਡੇ ਮੰਮੀ ਦੁੱਧ ਵਿੱਚ ਥੋੜ੍ਹਾ ਜਿਹਾ ਦਹੀਂ ਜਾਂ ਲੱਸੀ ਮਿਲਾ ਕੇ ਉਹਨੂੰ ਰੱਖ ਦਿੰਦੇ ਨੇ। ਸਵੇਰ ਹੁੰਦੀ ਹੈ ਤਾਂ ਉਹ ਤੁਸੀਂ ਬਰਤਨ ਵਿੱਚ ਦੁੱਧ ਨਹੀਂ ਰਹਿੰਦਾ, ਉਹ ਦਹੀਂ ਬਣ ਜਾਂਦਾ ਹੈ, ਇੱਕ ਪਰਿਵਰਤਨ ਹੋ ਗਿਆ। ਤਾਂ ਇਸ ਤਰ੍ਹਾਂ ਸਾਡੇ ਆਲੇ ਦੁਆਲੇ ਹੋਰ ਵੀ ਬੜੇ ਸਾਰੇ ਪਰਿਵਰਤਨ ਵਾਪਰਦੇ ਨੇ, ਜਿਨ੍ਹਾਂ ਨੂੰ ਤੁਸੀਂ ਆਪਣੇ ਹਿਸਾਬ ਨਾਲ ਵੇਖਿਓ ਅਤੇ ਪਛਾਣ ਕਰਿਓ ਕਿ ਇਹ ਪਰਿਵਰਤਨ ਕਿਸ ਤਰ੍ਹਾਂ ਵਾਪਰੇ, ਕੀ ਇਹਨਾਂ ਵਿੱਚ ਤਬਦੀਲੀ ਆਈ। ਤਾਂ ਜਦੋਂ ਇਸ ਤਰ੍ਹਾਂ ਦੇ ਪਰਿਵਰਤਨ ਵਾਪਰਦੇ ਨੇ ਤਾਂ ਆਪਾਂ ਅੱਗੇ ਉਹਨਾਂ ਨੂੰ ਦੋ ਵਰਗਾਂ ਵਿੱਚ ਵੰਡ ਸਕਦੇ ਹਾਂ। ਉਹ ਵਰਗ ਕਿਹੜੇ ਨੇ? ਆਪਾਂ ਉਹਨਾਂ ਨੂੰ ਕਹਿੰਦੇ ਹਾਂ ਭੌਤਿਕ ਪਰਿਵਰਤਨ, ਅਤੇ ਦੂਸਰੀ ਜਿਹੜਾ ਵਰਗ ਹੈ ਉਹਨੂੰ ਕੀ ਕਹਿੰਦੇ ਆ? ਰਸਾਇਣਕ ਪਰਿਵਰਤਨ। ਭੌਤਿਕ ਪਰਿਵਰਤਨ ਨੂੰ ਅਸੀਂ ਉਲਟਾਉਣ ਯੋਗ ਪਰਿਵਰਤਨ ਵੀ ਕਹਿ ਦਿੰਦੇ ਆ, ਕਿਉਂਕਿ ਭੌਤਿਕ ਪਰਿਵਰਤਨ ਦੇ ਵਿੱਚ ਜਿਹੜੀ ਤਬਦੀਲੀ ਵਾਪਰਦੀ ਹੈ, ਜਿਹੜਾ ਚੇਂਜ ਆਉਂਦੀ ਹੈ, ਉਹ ਅਸਥਾਈ ਹੈ, ਪਕੇਰੀ ਨਹੀਂ ਹੈ, ਪੱਕੀ ਨਹੀਂ ਹੈ। ਭਾਵ ਕਿ ਜਿਹੜੀ ਉਹਦੇ ਵਿੱਚ ਪਰਿਵਰਤਨ ਆਇਆ ਹੈ ਉਸ ਤੋਂ ਵਾਪਸ ਅਸੀਂ ਉਹਨੂੰ ਪਹਿਲੀ ਸਥਿਤੀ ਵਿੱਚ ਫੇਰ ਲਿਜਾ ਸਕਦੇ ਹਾਂ। ਲੇਕਿਨ ਜਿਹੜਾ ਰਸਾਇਣਕ ਪਰਿਵਰਤਨ ਹੈ, ਰਸਾਇਣਕ ਪਰਿਵਰਤਨ ਵਿੱਚ ਜਿਹੜੀ ਤਬਦੀਲੀ ਆਈ ਹੈ ਉਹ ਪੱਕੀ ਹੈ। ਜਿਹੜੀ ਚੀਜ਼ ਨਵੀਂ ਤੁਹਾਡੇ ਸਾਹਮਣੇ ਹੋਂਦ ਵਿੱਚ ਆ ਗਈ, ਉਸ ਤੋਂ ਵਾਪਸ ਆਪਾਂ ਪਹਿਲੀ ਸਥਿਤੀ ਵਿੱਚ ਨਹੀਂ ਜਾ ਸਕਦੇ। ਇਸ ਨੂੰ ਅਸੀਂ ਨਾ ਉਲਟਾਉਣ ਯੋਗ ਪਰਿਵਰਤਨ ਵੀ ਕਹਿੰਦੇ ਆ। ਤਾਂ ਹੁਣ ਇਹਨਾਂ ਦੋਨਾਂ ਪਰਿਵਰਤਨ ਨੂੰ ਪਰਿਭਾਸ਼ਿਤ ਆਪਾਂ ਕਰ ਲਿਆ ਕਿ ਭੌਤਿਕ ਪਰਿਵਰਤਨ ਜਿਹੜਾ ਉਲਟਾਇਆ ਜਾ ਸਕਦਾ ਹੈ, ਰਸਾਇਣਕ ਪਰਿਵਰਤਨ ਜਿਹੜਾ ਉਲਟਾਇਆ ਨਹੀਂ ਜਾ ਸਕਦਾ। ਇੱਕ ਜਦੋਂ ਆਪਾਂ ਇਹਨਾਂ ਪਰਿਵਰਤਨਾਂ ਵਿੱਚ ਅੰਤਰ ਦੀ ਗੱਲ ਕਰਾਂਗੇ ਨਾ, ਉੱਥੇ ਵੀ ਆਪਾਂ ਇਹਨਾਂ ਤੱਥਾਂ ਦਾ ਧਿਆਨ ਵਿੱਚ ਰੱਖਾਂਗੇ। ਹੁਣ ਭੌਤਿਕ ਪਰਿਵਰਤਨ ਵਿੱਚ ਆਪਣੇ ਆਲੇ ਦੁਆਲੇ ਵਿੱਚ ਸੋਚੋ, ਤੁਹਾਡੇ ਕੋਲ ਇੱਕ ਰੁਮਾਲ ਹੈ, ਆਪਾਂ ਉਸ ਰੁਮਾਲ ਦੀ ਇੱਕ ਤਹਿ ਲਾ ਦਿੰਦੇ ਹਾਂ, ਪਰਿਵਰਤਨ ਆ ਗਿਆ, ਉਹਨੇ ਥੋੜ੍ਹੀ ਜਿਹੀ ਜਗ੍ਹਾ ਵਿੱਚ ਆ ਗਿਆ ਉਹ। ਉਸ ਤੋਂ ਬਾਅਦ ਆਪਾਂ ਤਹਿ ਖੋਲ੍ਹ ਦਿੰਦੇ ਹਾਂ, ਵਾਪਸ ਉਸੇ ਸਥਿਤੀ ਵਿੱਚ ਆ ਗਿਆ। ਇਸੇ ਤਰ੍ਹਾਂ ਤੁਸੀਂ ਬਲਬ ਦਾ ਜਗਣਾ ਹੈ, ਜਦੋਂ ਆਪਾਂ ਬਲਬ ਨੂੰ ਜਗਾਉਂਦੇ ਹਾਂ ਰੋਸ਼ਨੀ ਹੋ ਜਾਂਦੀ ਹੈ, ਬਲਬ ਨੂੰ ਆਪਾਂ ਜਦੋਂ ਔਫ ਕਰ ਦਿੰਦੇ ਹਾਂ, ਬੰਦ ਕਰ ਦਿੰਦੇ ਹਾਂ, ਤਾਂ ਉਹ ਕੀ ਹੈ? ਵਾਪਸ ਫਿਰ ਪਹਿਲੀ ਸਥਿਤੀ ਵਿੱਚ ਆ ਜਾਂਦਾ ਹੈ। ਇਸੇ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਕਾਗਜ਼ ਨੂੰ ਮੋੜਨਾ, ਜਾਂ ਮਤਲਬ ਕਿ ਇਹ ਸਾਰੇ ਜਿਹੜੀਆਂ ਕੈਟੇਗਰੀਜ਼ ਨੇ, ਇਸ ਪਹਿਲੀ ਕੈਟੇਗਰੀ ਦੇ ਵਿੱਚ ਇਹ ਪਰਿਵਰਤਨ ਆਉਂਦੇ ਨੇ। ਹੁਣ ਦੂਜੇ ਪਾਸੇ ਆਈਏ, ਰਸਾਇਣਕ ਪਰਿਵਰਤਨ ਵਿੱਚ ਆਪਾਂ ਜਿਵੇਂ ਕਿ ਪਹਿਲਾਂ ਕਹਿ ਚੁੱਕੇ ਹਾਂ ਕਿ ਇਹ ਨਾ ਉਲਟਾਉਣ ਯੋਗ ਹੈ, ਇਹਦੇ ਵਿੱਚ ਆਈ ਤਬਦੀਲੀ ਸਥਾਈ ਹੈ, ਆਪਾਂ ਵਾਪਸ ਪਹਿਲੀ ਸਥਿਤੀ ਵਿੱਚ ਨਹੀਂ ਆ ਸਕਦੇ। ਇਹਦੇ ਵਿੱਚ ਜਿਵੇਂ ਦੁੱਧ ਤੋਂ ਦਹੀਂ ਬਣਨਾ, ਜਦੋਂ ਆਪਾਂ ਰਾਤ ਨੂੰ ਦੁੱਧ ਵਿੱਚ ਹਲਕਾ ਖੱਟਾ ਲਾਇਆ ਤਾਂ ਖੱਟੇ ਦੇ ਵਿੱਚ ਇੱਕ ਜੀਵਾਣੂ ਹੁੰਦਾ ਜਿਹਨੂੰ ਅਸੀਂ ਲੈਕਟੋਬੈਸਿਲਸ ਕਹਿੰਦੇ ਹਾਂ, ਤਾਂ ਉਸ ਦੁੱਧ ਨੂੰ ਉਹ ਦਹੀਂ ਵਿੱਚ ਬਦਲ ਦਿੰਦਾ ਹੈ। ਵਾਪਸ ਅਸੀਂ ਦਹੀਂ ਤੋਂ ਦੁੱਧ ਪ੍ਰਾਪਤ ਨਹੀਂ ਕਰ ਸਕਦੇ। ਹੁਣ ਕਾਗਜ਼ ਹੈ, ਆਪਾਂ ਜਦੋਂ ਕਾਗਜ਼ ਦੇ ਟੁਕੜੇ ਨੂੰ ਅੱਗ ਲਾਉਂਦੇ ਆ, ਉਹ ਸੁਆਹ ਵਿੱਚ ਬਦਲਦਾ, ਤਾਂ ਉਹ ਸੁਆਹ ਵਿੱਚ ਬਦਲਣਾ, ਅਸੀਂ ਵਾਪਸ ਸੁਆਹ ਨੂੰ ਇਕੱਠੀ ਕਰਕੇ ਕਾਗਜ਼ ਦਾ ਟੁਕੜਾ ਨਹੀਂ ਬਣਾ ਸਕਦੇ। ਇਸੇ ਤਰ੍ਹਾਂ ਲੱਕੜ ਦੇ ਟੁਕੜੇ ਨੂੰ ਅੱਗ ਲਾਉਂਦੇ, ਕਿਸੇ ਵੀ ਚੀਜ਼ ਨੂੰ, ਜਦੋਂ ਕੋਈ ਚੀਜ਼ ਜਲਦੀ ਹੈ, ਜਲ ਜਾਂਦੀ ਹੈ, ਬਲ ਜਾਂਦੀ ਹੈ, ਉਹਦੀ ਕੰਬਸਟਨ ਹੋ ਜਾਂਦੀ ਹੈ, ਤਾਂ ਇਸ ਦੇ ਨਾਲ ਰਸਾਇਣਕ ਪਰਿਵਰਤਨ ਵਾਪਰਦਾ ਹੈ, ਅਸੀਂ ਉਸ ਨੂੰ ਪਹਿਲੀ ਸਥਿਤੀ ਵਿੱਚ ਨਹੀਂ ਲਿਆ ਸਕਦੇ। ਇਵੇਂ ਫਲਾਂ ਦਾ ਪੱਕਣਾ,
ਹੁਣ ਤੁਸੀਂ ਵੇਖਿਆ ਹੋਏਗਾ ਕਿ ਜਦੋਂ ਫਲ ਪੱਕਦੇ ਨੇ ਤਾਂ ਉਹਨਾਂ ਦੇ ਸਵਾਦ ਵਿੱਚ, ਉਹਨਾਂ ਦੇ ਰੰਗ ਵਿੱਚ, ਉਹਨਾਂ ਦੇ ਖੁਸ਼ਬੂ ਵਿੱਚ ਇੱਕ ਪਰਿਵਰਤਨ ਆ ਜਾਂਦਾ ਹੈ। ਉਹ ਇੱਕ ਆਪਣੀ ਅਗਲੇ ਪੜਾਅ ਉੱਤੇ ਪਾ ਕੇ ਅਗਲੀ ਸਟੇਜ ਵਿੱਚ ਆ ਜਾਂਦੇ ਨੇ, ਉੱਥੋਂ ਵਾਪਸ ਕੱਚੇ ਰੂਪ ਵਿੱਚ ਉਹ ਨਹੀਂ ਆ ਸਕਦੇ। ਇਹਨੂੰ ਅਸੀਂ ਰਸਾਇਣਿਕ ਪਰਿਵਰਤਨ ਕਹਿੰਦੇ ਹਾਂ। ਹੁਣ ਕਈ ਥਾਵਾਂ ਦੇ ਉੱਤੇ ਆਪਾਂ ਨੂੰ ਇਹਨਾਂ ਪਰਿਵਰਤਨਾਂ ਦਾ ਵਰਗੀਕਰਨ ਕਰਨ ਨੂੰ ਕਿਹਾ ਜਾ ਸਕਦਾ ਹੈ। ਇਹਨਾਂ ਪਰਿਵਰਤਨਾਂ ਨੂੰ ਵਿੱਚੋਂ ਪਛਾਣ ਕਰਨ ਨੂੰ ਕਿਹਾ ਜਾ ਸਕਦਾ ਹੈ, ਕਿਹੜੇ ਰਸਾਇਣਿਕ ਪਰਿਵਰਤਨ ਨੇ, ਕਿਹੜੇ ਭੌਤਿਕ ਪਰਿਵਰਤਨ ਨੇ। ਤਾਂ ਉੱਥੇ ਬੜੇ ਧਿਆਨ ਨਾਲ ਤੁਸੀਂ ਸਮਝਣਾ ਹੈ ਕਿ ਸਾਡੇ ਕੋਲ ਪੁੱਛਿਆ ਕੀ ਜਾ ਰਿਹਾ ਹੈ। ਹੁਣ ਵੇਖੋ, ਇੱਕ ਸ਼ਬਦ ਦੇ ਹੇਰ ਫੇਰ ਨਾਲ ਪਰਿਵਰਤਨ ਦੀ ਕਿਸਮ ਬਦਲ ਜਾਏਗੀ, ਉਹਦੇ ਕਾ ਜਲਦਬਾਜ਼ੀ ਨਹੀਂ ਵਿਖਾਉਣੀ। ਹੁਣ ਮੈਂ ਤੁਹਾਨੂੰ ਕਹਿਣਾ ਕਿ ਮੋਮਬੱਤੀ ਦਾ ਜਗਣਾ, ਫਿਰ ਮੈਂ ਬੋਲਦਾ ਹਾਂ ਕਿ ਮੋਮਬੱਤੀ ਵਿੱਚ ਮੋਮ ਦਾ ਜਲਣਾ। ਇਹ ਦੇਖੋ ਲਗਭਗ ਮਿਲਦੇ ਜੁਲਦੇ ਵੇਖਣ ਨੂੰ ਲੱਗਦੇ ਨੇ, ਲੇਕਿਨ ਇਹ ਪਰਿਵਰਤਨ ਦੀ ਜਿਹੜੀ ਕਿਸਮ ਹੈ ਉਹ ਇੱਕਦਮ ਅਲੱਗ ਹੋ ਗਈ। ਮੋਮਬੱਤੀ ਦਾ ਜਗਣਾ ਅਤੇ ਬੁੱਝ ਜਾਣਾ, ਫਿਰ ਜਗਣਾ ਅਤੇ ਬੁੱਝ ਜਾਣਾ, ਇਹ ਚੀਜ਼ਾਂ ਉਲਟਾਉਣ ਯੋਗ ਨੇ, ਇਸ ਲਈ ਇਹ ਭੌਤਿਕ ਪਰਿਵਰਤਨ ਹੈ। ਲੇਕਿਨ ਜਿਹੜੀ ਮੋਮਬੱਤੀ ਦਾ ਜਲਣਾ ਕਿਹਾ ਹੈ ਆਪਾਂ, ਉਹਦੇ ਵਿੱਚ ਜਿਹੜਾ ਮੋਮ ਹੈ ਉਹ ਜਲਣਸ਼ੀਲ ਪਦਾਰਥ ਹੈ, ਅਤੇ ਉਹ ਜਲ ਕੇ ਜਦੋਂ ਉਸਦੇ ਜਿਹੜਾ ਕਾਰਬਨਿਕ ਪਦਾਰਥ ਜਿਹੜਾ ਮੋਮ ਹਵਾ ਵਿਚਲੀ ਆਕਸੀਜਨ ਦੇ ਨਾਲ ਕਿਰਿਆ ਕਰਕੇ ਉਹ ਕਾਰਬਨ ਡਾਈਆਕਸਾਈਡ ਗੈਸ ਬਣ ਕੇ ਉਹ ਖਤਮ ਹੋ ਗਿਆ, ਮੋਮ ਉਸਦਾ ਖਤਮ ਹੋ ਗਿਆ। ਅਸੀਂ ਉਸ ਪੈਦਾ ਹੋਈ ਐਨਰਜੀ ਜੋ ਵਾਤਾਵਰਨ ਵਿੱਚ ਚਲੀ ਗਈ, ਉਹਨੂੰ ਵਾਪਸ ਕਿਵੇਂ ਇਕੱਠਾ ਕਰਕੇ ਉਸ ਮੋਮ ਦੇ ਰੂਪ ਵਿੱਚ ਲਿਆ ਸਕਦੇ ਹਾਂ। ਇਸ ਲਈ ਇਹ ਰਸਾਇਣਿਕ ਪਰਿਵਰਤਨ ਹੈ। ਇਸ ਲਈ ਵੈਸੇ ਜਦੋਂ ਮੋਮਬੱਤੀ ਜਲ ਰਹੀ ਹੋਏ ਤਾਂ ਤੁਸੀਂ ਉਹਨੂੰ ਬੜੇ ਗੌਰ ਨਾਲ, ਉਹਨੂੰ ਧਿਆਨ ਨਾਲ ਵੇਖਿਆ ਜੀ। ਮੈਂ ਇਸ ਮੋਮਬੱਤੀ ਨੂੰ ਤੁਹਾਡੇ ਸਾਹਮਣੇ ਜਲਾਉਣ ਦੀ ਕੋਸ਼ਿਸ਼ ਕਰਦਾ, ਤੁਸੀਂ ਧਿਆਨ ਦਿਓ ਕਿ ਇਸ ਵੇਲੇ ਇਹਦੇ ਵਿੱਚ ਕੀ ਕੀ ਪਰਿਵਰਤਨ ਵਾਪਰ ਰਹੇ ਨੇ। ਤਾਂ ਜਦੋਂ ਆਪਾਂ ਮੋਮਬੱਤੀ ਨੂੰ ਜਲਾਉਂਦੇ ਹਾਂ, ਧਿਆਨ ਦਿਓ, ਇਸ ਦੇ ਵਿੱਚ ਮੋਮ ਇੱਕ ਜਲਣਸ਼ੀਲ ਪਦਾਰਥ ਹੈ। ਜਦੋਂ ਆਪਾਂ ਇਸ ਦੇ ਧਾਗੇ ਨੂੰ ਅੱਗ ਲਾਈ ਤਾਂ ਇਸ ਧਾਗੇ ਦੇ ਬਲਣ ਨਾਲ ਇਸ ਦੇ ਨੇੜੇ ਵਾਲੀ ਮੋਮ ਤਾਪ ਨਾਲ ਪਿਘਲਣੀ ਸ਼ੁਰੂ ਹੋਈ। ਜਦੋਂ ਉਹ ਤਰਲ ਅਵਸਥਾ ਵਿੱਚ ਆਈ ਤਾਂ ਉਸ ਧਾਗੇ ਦੇ ਵਿੱਚੋਂ ਉਹ ਕੈਪਿਲਰੀ ਐਕਸ਼ਨ ਨਾਲ ਉੱਪਰ ਲਗਾਤਾਰ ਚੜ੍ਹ ਰਹੀ ਹੈ ਅਤੇ ਜਲ ਰਹੀ ਹੈ। ਲੇਕਿਨ ਤੁਸੀਂ ਵੇਖਿਆ ਹੋਏਗਾ ਕਿ ਜਿਸ ਤਰ੍ਹਾਂ ਆਪਾਂ ਇਹਨੂੰ ਥੋੜ੍ਹੀ ਦੇਰ ਲਈ ਜੇਕਰ ਉਹਨੂੰ ਰੱਖ ਦਈਏ ਮੰਨ ਲਓ, ਤਾਂ ਤੁਸੀਂ ਵੇਖਿਆ ਹੈਗਾ ਉਸ ਤਾਪ ਦੇ ਨਾਲ ਜਿੰਨੀ ਮੋਮ ਪਿਘਲ ਰਹੀ ਹੈ ਓਨੀ ਜਲ ਨਹੀਂ ਰਹੀ। ਮੋਮ ਦਾ ਕੁਝ ਹਿੱਸਾ ਢਲਣ ਲੱਗਦਾ ਹੈ, ਢਲ ਕੇ ਉਹ ਥੱਲੇ ਤੁਸੀਂ ਵੇਖਿਆ ਹੋਏਗਾ ਜਦੋਂ ਮੋਮਬੱਤੀ ਲਗਭਗ ਖਤਮ ਵੀ ਹੋ ਜਾਂਦੀ ਹੈ ਤਾਂ ਉਹਦੇ ਬੇਸ ਦੇ ਆਲੇ ਦੁਆਲੇ ਮੋਮ ਕੁਝ ਫੈਲ ਜਾਂਦੀ ਹੈ, ਜਿਹੜੀ ਜਲੀ ਨਹੀਂ, ਉਹ ਪਿਘਲ ਕੇ ਢਲ ਗਈ। ਅਤੇ ਇਸ ਲਈ ਜਦੋਂ ਮੋਮਬੱਤੀ ਜਲ ਰਹੀ ਹੈ ਤਾਂ ਇਹਦੇ ਵਿੱਚ ਦੋਨੋਂ ਪਰਿਵਰਤਨ ਨਾਲੋਂ ਨਾਲ ਵਾਪਰ ਰਹੇ ਨੇ। ਕਿਵੇਂ? ਜਿਹੜੀ ਮੋਮ ਪਿਘਲ ਕੇ ਥੱਲੇ ਆ ਰਹੀ ਹੈ ਇਹ ਭੌਤਿਕ ਪਰਿਵਰਤਨ ਹੈ। ਜਿਹੜੀ ਮੋਮ ਜਲ ਕੇ ਆਪਾਂ ਨੂੰ ਤਾਪ ਜਾਂ ਫਿਰ ਪ੍ਰਕਾਸ਼ ਦੇਣ ਵਿੱਚ ਵਰਤੀ ਜਾ ਰਹੀ ਹੈ ਉਹ ਰਸਾਇਣਿਕ ਪਰਿਵਰਤਨ ਹੈ। ਇਸ ਲਈ ਜਦੋਂ ਵੀ ਕਿਸੇ ਚਾਹੇ ਬਰਫ਼ ਦਾ ਪਿਘਲਣਾ ਹੈ, ਚਾਹੇ ਮੋਮ ਦਾ ਪਿਘਲਣਾ ਹੈ ਮੋਮਬੱਤੀ ਵਿੱਚ ਜਲ ਨਾਲ, ਤਾਂ ਪਿਘਲਣ ਦੀ ਅਵਸਥਾ ਜਿਹੜੀ ਹੈਗੀ ਹੈ ਉਹ ਉਸਦੇ ਭੌਤਿਕ ਪਰਿਵਰਤਨ ਵਿੱਚ ਆਏਗੀ। ਜਿਵੇਂ ਬਰਫ਼ ਹੈ, ਤੁਸੀਂ ਫਰਿੱਜ ਵਿੱਚੋਂ ਬਰਫ਼ ਬਾਹਰ ਕੱਢੀ, ਥੋੜ੍ਹੀ ਦੇਰ ਬਾਹਰ ਰੱਖਣ ਤੋਂ ਬਾਅਦ ਤੁਸੀਂ ਵੇਖਿਆ ਹੋਏਗਾ ਕਿ ਉਹ ਪਿਘਲਣ ਤੋਂ ਬਾਅਦ ਕੀ ਹੈ, ਪਾਣੀ ਵਿੱਚ ਬਦਲ ਜਾਂਦੀ ਹੈ। ਲੇਕਿਨ ਉਹ ਹੀ ਪਾਣੀ ਨੂੰ ਵਾਪਸ ਤੁਸੀਂ ਜਦੋਂ ਫਰਿੱਜ ਵਿੱਚ ਰੱਖ ਦਿਓਗੇ ਤਾਂ ਉਹ ਫਿਰ ਠੋਸ ਅਵਸਥਾ ਵਿੱਚ ਆ ਜਾਏਗੀ। ਇਸ ਲਈ ਉਹ ਭੌਤਿਕ ਪਰਿਵਰਤਨ ਹੈ। ਅਤੇ ਇਸ ਲਈ ਇਸ ਨੂੰ ਧਿਆਨ ਨਾਲ ਵਾਚਣਾ ਕਿ ਇਸ ਮੋਮਬੱਤੀ ਦੇ ਜਲਣ ਵੇਲੇ ਦੋਨੋਂ ਪਰਿਵਰਤਨ ਨਾਲੋਂ ਨਾਲ ਵਾਪਰ ਰਹੇ ਨੇ। ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਕਿ ਮੈਗਨੀਸ਼ੀਅਮ ਧਾਤ, ਇੱਥੇ ਕਿਉਂਕਿ ਮੈਂ ਇਹ ਜਿਹੜੀ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਇਹ ਮੈਂ ਘਰ ਵਿੱਚੋਂ ਤੁਹਾਡੇ ਨਾਲ ਪੇਸ਼, ਜੇ ਕਿ ਇਹ ਹੀ ਵੀਡੀਓ ਮੈਂ ਸਕੂਲ ਦੀ ਲੈਬ ਵਿੱਚ ਕੀਤਾ ਹੁੰਦਾ ਤਾਂ ਮੈਂ ਤੁਹਾਨੂੰ ਪ੍ਰੈਕਟੀਕਲ ਦੇ ਰੂਪ ਵਿੱਚ ਚੀਜ਼ਾਂ ਦਿਖਾਉਂਦਾ ਤਾਂ ਤੁਸੀਂ ਉਸ ਨੂੰ ਹੋਰ ਬਿਹਤਰ ਢੰਗ ਨਾਲ ਸਮਝਦੇ। ਲੇਕਿਨ ਮੇਰੀ ਕੋਸ਼ਿਸ਼ ਰਹੇਗੀ ਕਿ ਤੁਸੀਂ ਉਸ ਕੰਸੈਪਟ ਨੂੰ ਚੰਗੀ ਤਰ੍ਹਾਂ ਕਲੀਅਰ ਕਰ ਸਕੋ। ਤਾਂ ਸਾਡੇ ਆਲੇ ਦੁਆਲੇ ਜਿੰਨੀਆਂ ਵੀ ਧਾਤਾਂ ਨੇ, ਜਦੋਂ ਉਹ ਆਕਸੀਜਨ ਨਾਲ ਕਿਰਿਆ ਕਰਦੀਆਂ ਨੇ ਤਾਂ ਉਹ ਧਾਤ ਵੀ ਆਕਸਾਈਡ ਬਣਾਉਂਦੀਆਂ ਨੇ। ਜਿਵੇਂ ਮੈਗਨੀਸ਼ੀਅਮ ਧਾਤ ਹੈ, ਜਦੋਂ ਆਪਾਂ ਮੈਗਨੀਸ਼ੀਅਮ ਧਾਤ ਦੇ ਰਿਬਨ ਨੂੰ ਉੱਪਰੋਂ ਰੇਗਮਾਰ ਨਾਲ ਚੰਗੀ ਤਰ੍ਹਾਂ ਖੁਰਚ ਕੇ ਉਸ ਨੂੰ ਤੁਸੀਂ ਇਹੀ ਵੀ ਮਾਚਿਸ ਦੀ ਤਿੱਲੀ ਨਾਲ ਅੱਗ ਲਾਉਂਦੇ ਹੋ ਤਾਂ ਉਹ ਇੱਕ ਜਲਣ ਲੱਗਦੀ ਹੈ। ਪਰ ਧਿਆਨ ਰੱਖਣਾ ਕਿਉਂਕਿ ਉਹ ਬੜੇ ਹੀ ਤੇਜ਼ ਪ੍ਰਕਾਸ਼ ਨਾਲ ਜਲਦੀ ਹੈ। ਫਿਰ ਮੈਂ ਦੁਬਾਰਾ ਕਲੀਅਰ ਕਰਦਾ ਕਿ ਮੈਂ ਤੁਹਾਨੂੰ ਇੱਥੇ ਕਰਕੇ ਨਹੀਂ ਵਿਖਾ ਸਕਦਾ ਕਿ ਬੜੇ ਤੇਜ਼ ਉਸ ਨੂੰ ਤੁਸੀਂ ਨੰਗੀ ਅੱਖ ਨਾਲ ਸਿੱਧਾ ਨਹੀਂ ਵੇਖਣਾ, ਕਿਉਂਕਿ ਤੁਹਾਡੀ ਅੱਖ ਉੱਤੇ ਉਸ ਦਾ ਇੱਕ ਮਾਰੂ ਪ੍ਰਭਾਵ ਪੈ ਸਕਦਾ ਹੈ। ਤਾਂ ਮੈਂ ਗੱਲ ਕਰ ਰਿਹਾ ਸਾਂ ਕਿ ਜਦੋਂ ਮੈਗਨੀਸ਼ੀਅਮ ਰਿਬਨ ਨੂੰ ਆਪਾਂ ਉਸ ਮਾਚਿਸ ਦੀ ਤੀਲੀ ਨਾਲ ਉਸ ਨੂੰ ਅੱਗ ਲਾਉਂਦੇ ਹਾਂ ਤਾਂ ਉਹ ਮੈਗਨੀਸ਼ੀਅਮ ਦਾ ਰਿਬਨ ਬੜੀ ਤੇਜ਼ ਪ੍ਰਕਾਸ਼ ਦੇ ਨਾਲ ਜਲਣ ਲੱਗਦਾ ਹੈ।
ਜਿਹੜੀ ਉਸ ਦੀ ਸੁਆਹ ਪੈਦਾ ਹੁੰਦੀ ਹੈ, ਜੇਕਰ ਆਪਾਂ ਉਸਨੂੰ ਪੈਟੀ ਡਿਸ਼ ਵਿੱਚ ਇਕੱਠਾ ਕਰਕੇ ਉਸਨੂੰ ਪਾਣੀ ਵਿੱਚ ਘੋਲ ਲਈਏ, ਪਾਣੀ ਵਿੱਚ ਘੋਲਣ ਦੇ ਨਾਲ ਕਿਉਂਕਿ ਮੈਗਨੀਸ਼ੀਅਮ ਜਦੋਂ ਜਲਿਆ, ਆਕਸੀਜਨ ਨਾਲ ਕਿਰਿਆ ਹੋਈ, ਉਹਦਾ ਆਕਸੀਕਰਨ ਹੋਇਆ ਤਾਂ ਉਸਨੇ ਮੈਗਨੀਸ਼ੀਅਮ ਆਕਸਾਈਡ ਬਣਾਇਆ। ਉਸਦਾ ਸੁਆਹ ਦਾ ਨਾਂ ਕੀ ਹੈ? ਮੈਗਨੀਸ਼ੀਅਮ ਆਕਸਾਈਡ। ਜਦੋਂ ਆਪਾਂ ਉਹਨੂੰ ਪਾਣੀ ਵਿੱਚ ਘੋਲ ਲਿਆ ਤਾਂ ਪਾਣੀ ਨਾਲ ਕਿਰਿਆ ਕਰਕੇ ਉਸਦਾ ਕੀ ਬਣਿਆ? ਮੈਗਨੀਸ਼ੀਅਮ ਹਾਈਡਰੋਕਸਾਈਡ। ਹੁਣ ਮੈਗਨੀਸ਼ੀਅਮ ਹਾਈਡਰੋਕਸਾਈਡ ਦੇ ਵਿੱਚ ਆਪਾਂ ਦੋਨੋਂ ਤਰ੍ਹਾਂ ਦਾ ਲਿਟਮਸ ਪੇਪਰ, ਨੀਲਾ ਅਤੇ ਲਾਲ, ਪਾਈਏ ਤਾਂ ਤੁਸੀਂ ਵੇਖੋਗੇ ਕਿ ਉਸਦਾ ਜਿਹੜਾ ਲਾਲ ਲਿਟਮਸ ਹੈ ਉਹ ਨੀਲਾ ਹੋ ਜਾਂਦਾ ਹੈ, ਭਾਵ ਉਸ ਦਾ ਜਿਹੜਾ ਸੁਭਾਅ ਹੈ ਉਹ ਖਾਰੀ ਹੈ। ਕਿਉਂਕਿ ਆਪਾਂ 6ਵੀਂ ਕਲਾਸ ਵਿੱਚ ਪੜ੍ਹ ਕੇ ਆਏ ਹਾਂ ਕਿ ਜਿਹੜੇ ਤੇਜ਼ਾਬ ਨੇ ਉਹ ਨੀਲੇ ਲਿਟਮਸ ਨੂੰ ਲਾਲ ਕਰਦੇ ਨੇ, ਲੇਕਿਨ ਜਿਹੜੇ ਖਾਰ ਨੇ ਉਹ ਲਾਲ ਲਿਟਮਸ ਨੂੰ ਨੀਲਾ ਕਰਦੇ ਨੇ। ਇੱਥੋਂ ਆਪਾਂ ਨੂੰ ਇਹ ਪਤਾ ਲੱਗਿਆ ਕਿ ਜਿੰਨੀਆਂ ਵੀ ਧਾਤਾਂ ਨੇ ਜਦੋਂ ਉਹ ਆਕਸਾਈਡ ਬਣਾਉਂਦੀਆਂ ਨੇ ਤਾਂ ਉਹਨਾਂ ਦਾ ਸੁਭਾਅ ਖਾਰੀ ਹੁੰਦਾ ਹੈ, ਉਹ ਲਾਲ ਲਿਟਮਸ ਨੂੰ ਨੀਲਾ ਕਰਦੇ ਨੇ। ਹੁਣ ਇੱਕ ਧਾਤੂ ਜਿਵੇਂ ਕਿ ਮੇਰੇ ਸਾਹਮਣੇ ਆ ਲੋਹੇ ਦਾ ਇੱਕ ਕਿੱਲ ਹੈ, ਲੋਹੇ ਨੂੰ ਆਪਾਂ ਸਾਇੰਸ ਦੀ ਭਾਸ਼ਾ ਵਿੱਚ ਆਇਰਨ ਕਹਿੰਦੇ ਆ। ਤਾਂ ਇਸ ਦੇ ਉੱਪਰ ਤੁਸੀਂ ਵੇਖਿਆ ਹੋਵੇਗਾ ਕਿ ਲੋਹੇ ਦੀਆਂ ਵਸਤੂਆਂ ਜਦੋਂ ਬਾਹਰ ਵਾਤਾਵਰਨ ਵਿੱਚ ਕੁਝ ਸਮਾਂ ਪਈਆਂ ਰਹਿੰਦੀਆਂ ਨੇ ਤਾਂ ਉਹ ਹਵਾ ਵਿਚਲੀ ਆਕਸੀਜਨ ਨਾਲ ਕਿਰਿਆ ਕਰਦੀਆਂ ਨੇ, ਕਿਉਂਕਿ ਹਵਾ ਸਾਡੇ ਚਾਰ ਚੁਫੇਰੇ ਹੈ। ਤਾਂ ਉਹ ਜਦੋਂ ਆਇਰਨ ਹਵਾ ਵਿਚਲੀ ਆਕਸੀਜਨ ਨਾਲ ਕਿਰਿਆ ਕਰਦਾ ਹੈ ਤਾਂ ਉਹ ਆਇਰਨ ਆਕਸਾਈਡ ਬਣਾ ਲੈਂਦਾ ਹੈ। ਜੇਕਰ ਆਪਾਂ, ਮੇਰੇ ਕੋਲ ਆ ਰੇਗਮਾਰ ਹੈ, ਜਦੋਂ ਆਪਾਂ ਰੇਗਮਾਰ ਨਾਲ ਇਸ ਲੋਹੇ ਦੇ ਕਿੱਲ ਨੂੰ ਰਗੜਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਤੁਸੀਂ ਵੇਖਿਆ ਹੋਵੇਗਾ ਕਿ ਤੁਹਾਡੇ ਹੱਥ ਦੇ ਉੱਤੇ ਆ ਲਾਲ ਭੂਰੇ ਰੰਗ ਦਾ ਇਹ ਪਦਾਰਥ ਆ ਗਿਆ। ਇਸ ਨੂੰ ਆਪਾਂ ਜੰਗ ਵੀ ਕਹਿ ਦਿੰਦੇ ਹਾਂ, ਜੰਗਾਲ ਵੀ ਕਹਿ ਦਿੰਦੇ ਹਾਂ, ਰਸਟ ਵੀ ਕਹਿ ਦਿੰਦੇ ਹਾਂ। ਤਾਂ ਇਹ ਜਿਹੜੀ ਧਾਤਾਂ ਦੀ ਰਸਟਿੰਗ ਹੈ ਉਹ ਕਿਸ ਕਰਕੇ ਹੁੰਦੀ? ਕੋਈ ਧਾਤਾਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਜਿੰਨੀਆਂ ਵੀ ਧਾਤਾਂ ਨੇ ਇਹ ਆਕਸੀਜਨ ਨਾਲ ਕਿਰਿਆ ਕਰਕੇ ਆਕਸਾਈਡ ਬਣਾਉਂਦੀਆਂ ਨੇ। ਤਾਂ ਉਹ ਆਕਸਾਈਡ ਜਿਹੜੇ ਨੇ ਉਹ ਰਸਟਿੰਗ, ਉਹ ਜਿਹੜੀਆਂ ਧਾਤਾਂ ਨੇ ਹੌਲੀ ਹੌਲੀ ਉਹ ਜਿਹੜੀ ਆਕਸਾਈਡ ਬਣਨਾ, ਕਿਉਂਕਿ ਧਾਤ ਜਦੋਂ ਆਕਸੀਜਨ ਵਿੱਚ ਬਦਲ ਰਹੀ ਹੈ ਤਾਂ ਉਸ ਧਾਤ ਦਾ ਕੰਟੈਂਟ ਲਗਾਤਾਰ ਖੁਰਦਾ ਚਲਾ ਜਾਂਦਾ ਅਤੇ ਇੱਕ ਸਮੇਂ ਬਾਅਦ ਉਹ ਧਾਤਾਂ ਜਿਹੜੀਆਂ ਨੇ ਉਹਦਾ ਖੋਰਨ ਹੋ ਜਾਂਦਾ, ਉਹ ਖਤਮ ਹੋ ਜਾਂਦੀਆਂ ਨੇ। ਹੁਣ ਤੁਸੀਂ ਆਪਣੇ ਘਰ ਵਿੱਚ ਵੀ ਇਹਨਾਂ ਦੀ ਇਸ ਆਕਸੀਕਰਨ ਦੀ ਕਿਰਿਆ ਵੇਖੀ ਹੋਏਗੀ ਕਿ ਤੁਹਾਡੇ ਘਰ ਵਿੱਚ ਪਏ ਪਿੱਤਲ ਜਾਂ ਤਾਂਬੇ ਦੇ ਭਾਂਡੇ ਸਮੇਂ ਦੇ ਨਾਲ ਆਕਸੀਜਨ ਨਾਲ ਕਿਰਿਆ ਕਰਕੇ ਉਹ ਹਰੇ ਰੰਗ ਦੇ ਹੋ ਜਾਂਦੇ ਨੇ, ਉੱਤੇ ਹਰੇ ਰੰਗ ਦਾ ਉੱਤੇ ਚੋਆ ਜਿਹਾ ਜੰਮਣਾ ਸ਼ੁਰੂ ਹੋ ਜਾਂਦਾ ਹੈ। ਉਹ ਕੀ ਹੈ? ਕਾਪਰ ਆਕਸਾਈਡ ਹੈ, ਕਿਉਂਕਿ ਕਾਪਰ ਪਲੱਸ ਆਕਸੀਜਨ ਕਾਪਰ ਆਕਸਾਈਡ ਬਣਿਆ। ਇਸੇ ਤਰ੍ਹਾਂ ਅਲਮੀਨੀਅਮ ਦੇ ਜਿਹੜੇ ਭਾਂਡੇ, ਤੁਸੀਂ ਅਲਮੀਨੀਅਮ ਦੀ ਕੋਈ ਬਾਲਟੀ, ਕੋਈ ਵੀ ਬਰਤਨ ਕੁਛ ਦੇਰ ਜਿਹੜਾ ਤੁਹਾਡੇ ਪਿਆ ਹੋਇਆ ਹੋਵੇ ਤਾਂ ਉਹਦੇ ਵਿੱਚ ਜਦੋਂ ਤੁਸੀਂ ਹੱਥ ਫੇਰਦੇ ਹੋ ਤਾਂ ਤੁਹਾਡੇ ਹੱਥ ਦੇ ਉੱਤੇ ਉਹ ਕਾਲਖ ਆ ਜਾਂਦੀ ਹੈ। ਕਾਲਖ ਉਹਦੀ ਕੋਈ ਮੈਲ ਨਹੀਂ ਹੈਗੀ ਬਰਤਨ ਦੀ, ਕਿਉਂਕਿ ਅਲਮੀਨੀਅਮ ਪਲੱਸ ਆਕਸੀਜਨ ਅਲਮੀਨੀਅਮ ਆਕਸਾਈਡ ਬਣ ਜਾਂਦਾ ਅਤੇ ਉਹ ਵੀ ਇੱਕ, ਜਿਵੇਂ ਇੱਕ ਪਹਿਲਾਂ ਮੈਂ ਦੱਸ ਚੁੱਕਿਆ, ਚਾਹੇ ਅਲਮੀਨੀਅਮ ਆਕਸਾਈਡ ਹੈ, ਚਾਹੇ ਕਾਪਰ ਆਕਸਾਈਡ ਹੈ, ਚਾਹੇ ਆਇਰਨ ਆਕਸਾਈਡ ਹੈ, ਇਹ ਸਾਰੇ ਆਕਸਾਈਡ ਖਾਰੀ ਸੁਭਾਅ ਦੇ ਹੁੰਦੇ ਨੇ। ਤਾਂ ਹੁਣ ਬੱਚਿਓ ਸਵਾਲ ਪੈਦਾ ਹੁੰਦਾ ਹੈ ਕਿ ਕਿਉਂਕਿ ਸਾਡੇ ਬਹੁਤ ਸਾਰੇ ਔਜ਼ਾਰ, ਵਰਤੋਂ ਵਾਲੇ ਸੰਦ ਇਹਨਾਂ ਧਾਤੂਆਂ ਦੇ ਬਣੇ ਹੁੰਦੇ ਨੇ ਅਤੇ ਇਸ ਕਰਕੇ ਆਪਾਂ ਇਹਨਾਂ ਧਾਤਾਂ ਦੇ ਖੋਰਨ ਨੂੰ ਕਿਵੇਂ ਕੰਟਰੋਲ ਕਰੀਏ। ਅਤੇ ਇਸ ਵਾਸਤੇ ਸਾਡੇ ਵਾਸਤੇ ਇਹ ਇੱਕ ਬੜਾ ਚੈਲੰਜਿੰਗ ਟਾਸਕ ਬਣ ਜਾਂਦਾ ਹੈ ਕਿ ਉਸ ਹੀ ਚੀਜ਼ ਦੀ, ਉਸ ਧਾਤ ਦੇ ਬਣੇ ਹੋਏ ਔਜ਼ਾਰ ਦੀ ਵਰਤੋਂ ਲੰਬੇ ਸਮੇਂ ਤੱਕ ਕੀਤੀ ਜਾ ਸਕੇ ਅਤੇ ਆਪਾਂ ਕੀ ਕਰੀਏ, ਉਹਦੇ ਵਾਸਤੇ ਆਪਾਂ ਨੂੰ ਉਸ ਦੇ ਖੋਰਨ ਨੂੰ ਰੋਕਣ ਦੀ ਲੋੜ ਹੈ। ਅਤੇ ਉਹਦੇ ਵਾਸਤੇ ਆਪਣੇ ਕੋਲ ਕੁਝ ਉਪਾਅ ਨੇ। ਜਿਵੇਂ ਤੁਸੀਂ ਘਰ ਵਿੱਚ ਵੇਖਿਆ ਹੋਏਗਾ ਕਿ ਜਿਹੜੀਆਂ ਲੋਹੇ ਦੀਆਂ ਜਾਂ ਕਿਸੇ ਵੀ ਧਾਤੂ ਦੀਆਂ ਬਣੀਆਂ ਚੀਜ਼ਾਂ, ਮੈਂ ਇੱਥੇ ਲੋਹੇ ਦੀ ਗੱਲ ਕਰਨੀ ਚਾਹਾਂਗਾ ਪਹਿਲਾਂ, ਕਿ ਇਸ ਦੇ ਉੱਤੇ ਤੁਸੀਂ ਜਿਹੜੇ ਕਿ ਸੰਦ ਨੇ ਆਪਣੇ, ਖਾਸ ਤੌਰ 'ਤੇ ਖੇਤੀਬਾੜੀ ਦੇ ਸੰਦ ਨੇ, ਤੁਸੀਂ ਵੇਖਿਆ ਹੋਏਗਾ ਕਿ ਉਹਦੇ ਉੱਤੇ ਆਪਾਂ ਪੇਂਟ ਕਰ ਦਿੰਦੇ ਹਾਂ। ਪੇਂਟ ਕਰਨ ਪਿੱਛੇ ਥਿਊਰੀ ਕੀ ਕੰਮ ਕਰਦੀ ਹੈ ਕਿ ਜਦੋਂ ਆਪਾਂ ਇਹਦੇ ਉੱਤੇ ਪੇਂਟ ਦੀ ਇੱਕ ਪਤਲੀ ਪਰਤ ਇਹਦੇ ਉੱਤੇ ਡਿਪੋਜ਼ਿਟ ਹੋ ਜਾਏਗੀ, ਜਮ੍ਹਾਂ ਹੋ ਇਹਦੇ ਉੱਤੇ ਚਿਪਕਾ ਦਿੱਤੀ ਜਾਏਗੀ ਤਾਂ ਉਸ ਦੇ ਨਾਲ ਹਵਾ ਵਿਚਲੇ ਆਕਸੀਜਨ ਦਾ ਸੰਪਰਕ ਇਸ ਧਾਤੂ ਨਾਲੋਂ ਘੱਟ ਜਾਏਗਾ। ਜਦੋਂ ਉਹਨੂੰ ਧਾਤੂ ਨੂੰ ਆਕਸੀਜਨ ਹੀ ਨਹੀਂ ਮਿਲੇਗੀ, ਰਸਤੇ ਵਿੱਚ ਕੀ ਆ ਗਿਆ? ਪੇਂਟ ਦੀ ਪਰਤ। ਤਾਂ ਉਸ ਦੇ ਨਾਲ ਉਸ ਦਾ ਸੰਪਰਕ ਨਾ ਹੋਣ ਕਰਕੇ ਉਹ ਆਇਰਨ ਆਕਸਾਈਡ ਜਾਣੀ ਕਿ ਜੰਗ ਜਾਂ ਜੰਗਾਲ ਨਹੀਂ ਬਣਾ ਪਾਏਗੀ। ਇੱਕ ਤਰੀਕਾ ਤਾਂ ਇਹ ਹੋ ਗਿਆ ਕਿ ਉਹਦੇ ਉੱਤੇ ਪੇਂਟ ਕਰਕੇ। ਦੂਸਰੀ ਚੀਜ਼ ਤੁਸੀਂ ਨੋਟ ਕੀਤੀ ਹੋਏਗੀ
ਕਿ ਆਪਾਂ ਕਈ ਵਾਰ ਖੇਤੀਬਾੜੀ ਦੇ ਸੰਦ ਜਿਹੜੇ ਕਿ ਜ਼ਿਆਦਾ ਲੋਹੇ ਧਾਤੂ ਦੇ ਬਣੇ ਹੁੰਦੇ ਨੇ, ਉਹਦੇ ਉੱਤੇ ਆਪਾਂ ਕਿਸੇ ਨਾ ਕਿਸੇ ਤੇਲ ਦੀ ਇੱਕ ਤੇਲੀਆ ਪਰਤ ਉਹਦੇ ਉੱਪਰ ਆਪਾਂ ਲਾ ਦਿੰਦੇ ਹਾਂ, ਉਹਦੇ ਉੱਤੇ ਉਹ ਨਾ ਤੇਲ ਨਾਲ ਉਹਨੂੰ ਚੋਪੜ ਦਿੰਦੇ ਆ। ਤਾਂ ਉਸ ਦਾ ਵੀ ਕੀ ਉਹਦੇ ਪਿੱਛੇ ਵੀ ਉਹੀ ਥਿਊਰੀ ਕੰਮ ਕਰਦੀ ਹੈ ਕਿ ਇੱਕ ਤੇਲ ਦੀ ਉਸ ਚਿਕਨਾਹਟ ਵਾਲੀ ਜਿਹੜੀ ਪਰਤ ਉਸ ਦੇ ਉੱਤੇ ਆਪਾਂ ਉਹ ਲਾ ਦਿੱਤੀ ਤਾਂ ਉਹਦੇ ਨਾਲ ਹਵਾ ਵਿਚਲੀ ਆਕਸੀਜਨ ਨਾਲ ਉਹਦਾ ਸੰਪਰਕ ਘਟ ਗਿਆ ਤੇ ਉਹ ਜਿਹੜੀ ਆਕਸਾਈਡ ਹੈ ਜਿਹੜੀ ਉਹ ਧਾਤਵੀ ਆਕਸਾਈਡ ਨਹੀਂ ਬਣੇਗਾ। ਇੱਕ ਹੋਰ ਤਰੀਕਾ ਤੁਸੀਂ ਵੇਖਿਆ ਹੋਵੇਗਾ ਕਿ ਆਪਣੇ ਸਾਈਕਲ ਦੇ ਹੈਂਡਲ, ਉਹਦੀ ਗਰਾਰੀ, ਉਹਦੀ ਬੈਲ, ਇਸੇ ਤਰ੍ਹਾਂ ਮੋਟਰਸਾਈਕਲਾਂ ਦੇ ਜਿਹੜੇ ਰਿਮ ਪਹੀਏ ਨੇ ਉਹ ਬੜੇ ਹੀ ਚਮਕਦਾਰ ਚਮਕੀਲੇ ਹੁੰਦੇ ਨੇ। ਅਸਲ ਵਿੱਚ ਹੈਗੇ ਉਹ ਵੀ ਤਾਂ ਲੋਹੇ ਦੇ ਹੀ ਨੇ, ਪਰ ਉਹ ਚਮਕੀਲੇ ਕਿਵੇਂ ਕੀਤੇ ਗਏ ਨੇ, ਉਹਨੂੰ ਅਸੀਂ ਉਸ ਪ੍ਰੋਸੈਸ ਨੂੰ ਗੈਲਵਨਾਈਜੇਸ਼ਨ ਕਹਿੰਦੇ ਆ, ਪੰਜਾਬੀ ਵਿੱਚ ਉਹਨੂੰ ਗੈਲਵਨੀਕਰਨ ਕਹਿੰਦੇ ਆ। ਤਾਂ ਉਹਦੇ ਪਿੱਛੇ ਥਿਊਰੀ ਕੀ ਹੈ ਕਿ ਜਦੋਂ ਪਿਘਲੀ ਹੋਈ ਜ਼ਿੰਕ, ਜਿਹਨੂੰ ਜਿਸਤ ਵੀ ਕਹਿ ਦਿੰਦੇ ਆ, ਪਿਘਲੀ ਹੋਈ ਜ਼ਿੰਕ ਜਾਂ ਜਿਸਤ ਧਾਤੂ ਵਿੱਚ ਆਪਾਂ ਉਸ ਲੋਹੇ ਦੀ ਵਸਤੂ ਨੂੰ ਡਬੋ ਦਿੰਦੇ ਆ ਤਾਂ ਉਹ ਕੀ ਹੈ ਕਿ ਪਿਘਲੀ ਹੋਈ ਜਿਹੜੀ ਧਾਤੂ ਹੈ ਉਹਦੇ ਉੱਤੇ ਉਹ ਚਿਪਕ ਜਾਂਦੀ ਹੈ, ਜ਼ਿੰਕ ਧਾਤੂ ਚਿਪਕ ਜਾਂਦੀ ਹੈ। ਤਾਂ ਜ਼ਿੰਕ ਧਾਤੂ ਜਿਹੜੀ ਹੈ ਲੋਹੇ ਦੀ ਤੁਲਨਾ ਵਿੱਚ ਘੱਟ ਕਿਰਿਆਸ਼ੀਲ ਹੈ। ਆਪਾਂ 8ਵੀਂ ਕਲਾਸ ਵਿੱਚ ਪੜ੍ਹਾਂਗੇ ਧਾਤਾਂ ਦੀ ਕਿਰਿਆਸ਼ੀਲਤਾ, ਕਿਹੜੀਆਂ ਧਾਤਾਂ ਜਿਹੜੀਆਂ ਨੇ ਵੱਧ ਕਿਰਿਆਸ਼ੀਲ ਨੇ, ਕਿਵੇਂ ਕਿਵੇਂ ਉਹਨਾਂ ਦੀ ਕਿਰਿਆਸ਼ੀਲਤਾ ਘਟਦੀ ਚਲੀ ਜਾਂਦੀ ਹੈ। ਤਾਂ ਉਸ ਦੇ ਉੱਤੇ ਜ਼ਿੰਕ ਧਾਤੂ ਦੀ ਪਰਤ ਉਹਦੇ ਉੱਤੇ ਜਮ੍ਹਾਂ ਕਰ ਦਿੱਤੀ, ਤੁਸੀਂ ਗੈਲਵਨਾਈਜੇਸ਼ਨ ਕਰ ਦਿੱਤੀ, ਉਹਦੀ ਗੈਲਵਨੀਕਰਨ ਕਰ ਦਿੱਤਾ ਅਤੇ ਇਸ ਦੇ ਨਾਲ ਉਹਦੀ ਜਿਹੜੇ ਖੋਰਨ ਹੈ ਉਹਦਾ ਘਟ ਜਾਏਗਾ। ਔਰ ਦੂਜੀ ਗੱਲ ਤੁਸੀਂ ਨੋਟ ਕੀਤੀ ਹੋਏਗੀ, ਕਈ ਵਾਰੀ ਉਹੋ ਹੀ ਤੁਹਾਡੇ ਸਾਈਕਲ ਦੀ ਬੈਲ ਜਾਂ ਗਰਾਰੀ ਜਾਂ ਹੈਂਡਲ ਉਹਦੇ ਉੱਤੇ ਕੋਈ ਚੀਜ਼ ਰਗੜ ਖਾ ਜਾਵੇ ਅਤੇ ਉੱਤੋਂ ਉਹ ਜਿਹੜੀ ਚਿੱਟੇ ਰੰਗ ਦੀ ਪਰਤ ਉਤਰ ਜਾਵੇ, ਤੁਸੀਂ ਵੇਖਿਆ ਕਿ ਫੱਟ ਉਹਨੂੰ ਜੰਗਾਲ ਪਲ ਲੱਗ ਜਾਂਦਾ ਉਸ ਜਗ੍ਹਾ ਉੱਤੇ। ਕਾਰਨ ਕੀ ਹੈ ਕਿ ਉਹਨੂੰ ਜ਼ਿੰਕ ਉੱਤੋਂ ਅਸੀਂ ਲਾ ਦਿੱਤੀ ਜਦੋਂ, ਤਾਂ ਥੱਲੇ ਜਿਹੜੀ ਲੋਹਾ ਧਾਤੂ ਨੰਗੀ ਹੋ ਗਈ ਅਤੇ ਇੱਕਦਮ ਉਹਨੂੰ ਜੰਗਾਲ ਲੱਗਣਾ ਸ਼ੁਰੂ ਹੋ ਜਾਏਗਾ। ਤਾਂ ਇਸ ਤਰ੍ਹਾਂ ਆਪਾਂ ਇਸ ਨਤੀਜੇ ਉੱਤੇ ਪਹੁੰਚਦੇ ਹਾਂ ਕਿ ਸਾਡੇ ਆਲੇ ਦੁਆਲੇ ਕਿਹੜੇ ਕਿਹੜੇ ਪਰਿਵਰਤਨ ਕਿਸ ਤਰ੍ਹਾਂ ਵਾਪਰੇ। ਅਤੇ ਇਸ ਪਾਠ ਦਾ ਕਾਫੀ ਹਿੱਸਾ ਆਪਾਂ, ਪੂਰਾ ਨਹੀਂ, ਕਾਫੀ ਹਿੱਸਾ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਤੁਸੀਂ ਇਸ ਪਾਠ ਦੇ ਪਿੱਛੇ, ਮੈਂ ਜਿਵੇਂ ਪਹਿਲਾਂ ਵੀ ਤੁਹਾਨੂੰ ਕਿਹਾ ਹੈ ਕਿ ਕੁਝ ਪ੍ਰਮੁੱਖ ਸ਼ਬਦ ਨੇ, ਉਹਨਾਂ ਪ੍ਰਮੁੱਖ ਸ਼ਬਦਾਂ ਦੇ ਨੋਟਸ ਤਿਆਰ ਕਰੋ ਅਤੇ ਉਸ ਤੋਂ ਪਿੱਛੇ ਪਾਠ ਦੀ ਜਿਹੜੀ ਐਕਸਰਸਾਈਜ਼ ਹੈ, ਔਰ ਮੈਂ ਆਸ ਕਰਦਾ ਕਿ ਉਹਨੂੰ ਤੁਸੀਂ ਬਹੁਤ ਵਧੀਆ ਢੰਗ ਨਾਲ ਕਰ ਲਓਗੇ। ਤਾਂ ਇਸੇ ਤਰ੍ਹਾਂ ਆਪਾਂ ਫਿਰ ਛੇਤੀ ਹੀ ਮਿਲਾਂਗੇ ਕਿਸੇ ਨਵੇਂ ਪਾਠ ਦੇ ਨਾਲ, ਕਿਸੇ ਨਵੀਂ ਵੀਡੀਓ ਦੇ ਨਾਲ। ਉਦੋਂ ਤੱਕ ਲਈ ਧੰਨਵਾਦ।